ਆਪਰੇਸ਼ਨ ਸੰਧੂਰ ਤੋਂ ਬਾਅਦ ਜਿਸ ਤਰੀਕੇ ਦੇ ਹਾਲਾਤ ਕਹਿ ਸਕਦੇ ਆ ਅੱਜ ਦੇ ਸਮੇਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਬਾਰਡਰਾਂ ਤੇ ਬੰਦੇ ਨੇ ਤਾਂ ਉਹਨਾਂ ਹਾਲਾਤਾਂ ਨੂੰ ਵੇਖਦਿਆਂ ਹੋਇਆ ਇਸ ਸਮੇਂ ਇਹ ਆਰਮੀ ਵੱਲੋਂ ਜਿਹੜਾ ਕਹਿ ਸਕਦੇ ਆ ਅੰਬਾਲਾ ਦੇ ਨਜ਼ਦੀਕ ਇੱਕ ਰੈਸਲ ਕੀਤੀ ਜਾ ਰਹੀ ਹੈ। ਜਿਸ ਤਰੀਕੇ ਕਹਿ ਸਕਦੇ ਆ ਜਿਹੜੇ ਡਰੋਨ ਸੀਗੇ ਕਹਿ ਸਕਦੇ ਆਪਰੇਸ਼ਨ ਸੰਧੂਰ ਦੇ ਦੌਰਾਨ ਡਰੋਨ ਦਿਖਾਈ ਦਿੱਤੇ ਸੀਗੇ। ਜਿਸ ਤਰੀਕੇ ਕਹਿ ਸਕਦੇ ਲਗਾਤਾਰ ਪਾਕਿਸਤਾਨ ਵੱਲੋਂ ਹਮਲੇ ਕਰਨ ਦੀ ਕੋਸ਼ਿਸ਼ ਡਰੋਨ ਦੇ ਮਾਧਿਅਮ ਦੇ ਜ਼ਰੀਏ ਕੀਤੀ ਜਾਂਦੀ ਸੀਗੀ ਤਾਂ ਉਸ ਤਰੀਕੇ ਦੇ ਜ਼ਰੀਏ ਉਹਨਾਂ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਅਤੇ ਮੂੰਹ ਤੋੜਵਾ ਜਵਾਬ ਜਿਸ ਤਰੀਕੇ ਭਾਰਤੀ ਸੈਨਾ ਵੱਲੋਂ ਦਿੱਤਾ ਜਾ ਰਿਹਾ ਸੀਗਾ ਤਾਂ ਉਸ ਤਰੀਕੇ ਦੀ ਇੱਕ ਟ੍ਰੇਨਿੰਗ ਹੈ ਜਿਹੜੀ ਕਹਿ ਸਕਦੇ ਰਿਹਰਸਲ ਹੈ ਉਹ ਭਾਰਤੀ ਸੈਨਾ ਦੇ ਜਵਾਨਾਂ ਵੱਲੋਂ ਕਹਿ ਸਕਦੇ ਅੰਬਾਲਾ ਦੇ ਵਿੱਚ ਕੀਤੀ ਜਾ ਰਹੀ ਹੈ, ਜਿੱਥੇ ਦੋ ਵੱਖ ਤਰੀਕੇ ਦੇ ਜਿਹੜੇ ਕਿ ਡਰੋਨ ਨੇ ਕਹਿ ਸਕਦੇ ਆ ਉਹ ਬਣਾਏ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਡਰੋਨ ਤਾਂ ਜਿਹੜੇ ਕਹਿ ਸਕਦੇ ਆ ਹਮਲਾ ਕਰਨ ਵਾਲੇ ਤੌਰ ਤੇ ਬਣਾਏ ਗਏ ਨੇ। ਇਹ ਦੂਸਰੇ ਡਰੋਨ ਨੇ ਜਿਹੜੇ ਖਾਸ ਤੌਰ ਤੇ ਕਹਿ ਸਕਦੇ ਆ ਉਹ ਬਣਾਏ ਗਏ ਨੇ ਜਿਹੜੇ ਉਹਨਾਂ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੇ ਕਿ ਭਾਰਤੀ ਸੈਨਾ ਦੇ ਤੁਹਾਨੂੰ ਜਵਾਨ ਦਿਖਾਈ ਦੇ ਰਹੇ ਹੋਣਗੇ। ਪਰਲੇ ਪਾਸੇ ਇੱਕ ਰੈਸਲ ਦੇ ਤੌਰ ਤੇ ਜਿਹੜੇ ਕਿ ਇਹ ਹਮਲੇ ਨੇ ਉਹ ਕੀਤੇ ਜਾ ਰਹੇ ਨੇ, ਜਿੱਥੇ ਤੁਹਾਨੂੰ ਬਲਾਸਟ ਦੀ ਆਵਾਜ਼ ਜਿਹੜੀ ਕਿ ਉਹ ਸੁਣਾਈ ਦੇ ਰਹੀ ਆ। ਉਸ ਜਗ੍ਹਾ ਦੇ ਉੱਪਰ ਇੱਕ ਰੈਸਲ ਦੇ ਤੌਰ ਤੇ ਟ੍ਰੇਨਿੰਗ ਦੇ ਤੌਰ ਤੇ ਜਿਹੜੇ ਹਮਲੇ ਨੇ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਜਦੋਂ ਹੀ ਕਹਿ ਸਕਦੇ ਆ ਡਰੋਨ ਦੀ ਮੂਵਮੈਂਟ ਦਾ ਪਤਾ ਲੱਗਦਾ ਇਸ ਪਾਸੇ ਤਕਰੀਬਨ ਜੋ 10 ਤੋਂ 12 ਡਰੋਨ ਨੇ ਜਿਹੜੇ ਉਹ ਉੱਪਰ ਵਾਲੇ ਪਾਸੇ ਨੂੰ ਆ ਰਹੇ ਨੇ ਤਾਂ ਉਹ ਜਿਹੜੇ ਡਰੋਨ ਨੇ ਇਹ ਹਮਲਾ ਕਰਨ ਵਾਸਤੇ ਜਿਹੜੇ ਡਰੋਨ ਆ ਰਹੇ ਨੇ ਇਸ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉੱਪਰ ਵਾਲੇ ਪਾਸੇ ਇਹ ਜਿਹੜੇ ਡਰੋਨ ਨੇ ਜਿਹੜੇ ਕਿ ਲਗਾਤਾਰ ਮੂਵਮੈਂਟ ਕਰਦੇ ਹੋਏ ਇਹ ਅੱਗੇ ਨੂੰ ਵੱਧ ਰਹੇ ਨੇ। ਇਹ ਡਰੋਨ ਨੇ ਜਿਹੜੇ ਕਹਿ ਸਕਦੇ ਆ ਹਮਲਾ ਕਰਨ ਵਾਸਤੇ ਅੱਗੇ ਆ ਰਹੇ ਨੇ ਅਤੇ ਇਹਨਾਂ ਹਮਲਿਆਂ ਨੂੰ ਰੋਕਣ ਵਾਸਤੇ ਭਾਰਤੀ ਸੈਨਾ ਵੱਲੋਂ ਦੂਸਰੇ ਪਾਸੇ ਇੱਕ ਵੱਡੀ ਗਿਣਤੀ ਦੇ ਵਿੱਚ ਡਰੋਨ ਨੇ ਜਿਹੜੇ ਉਹ ਉਡਾ ਦਿੱਤੇ ਗਏ ਨੇ। ਇਹ ਤੁਸੀਂ ਦੇਖ ਸਕਦੇ ਹੋ ਆਰਮੀ ਵੱਲੋਂ ਜਿਹੜੇ ਕਿ ਇਸ ਪਾਸੇ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਖੋ ਵੱਖਰੇ ਤਰੀਕੇ ਦੇ ਜਿਹੜੇ ਡਰੋਨ ਨੇ ਉਹ ਉਡਾ ਦਿੱਤੇ ਗਏ ਨੇ, ਕਿਉਂਕਿ ਹੁਣ ਜਿਹੜੇ ਇਹ ਡਰੋਨ ਉੱਡੇ ਨੇ ਇਹ ਡਰੋਨ ਦੂਸਰੇ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਸਾਹਮਣੇ ਵਾਲੇ ਪਾਸੇ ਇਹ ਜਿਹੜੇ ਕਹਿ ਸਕਦੇ ਬਲਾਸਟ ਹੋਏ ਨੇ ਜਿਸ ਤਰੀਕੇ ਟ੍ਰੇਨਿੰਗ ਦੇ ਤੌਰ ਤੇ ਰੈਸਲ ਦੇ ਤੌਰ ਤੇ ਸਾਹਮਣੇ ਵਾਲੇ ਪਾਸੇ ਬਲਾਸਟ ਹੋ ਰਹੇ ਨੇ ਤਾਂ ਉਹਨਾਂ ਬਲਾਸਟ ਜਿਹੜੇ ਕਰਨ ਵਾਲੇ ਡਰੋਨ ਆ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਰੋਕਣਾ ਹੈ ਕਿ ਉਹਨਾਂ ਨੂੰ ਟਾਰਗੇਟ ਤੇ ਰੱਖ ਕੇ ਕਿਸ ਤਰੀਕੇ ਕਹਿ ਸਕਦੇ ਆ ਸਿੱਟਣਾ ਜਾਂ ਉਸ ਤਰੀਕੇ ਦੀ ਟ੍ਰੇਨਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਇਸ ਸਮੇਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਇਹ 2-3 ਬਲਾਸਟ ਹੋਰ ਹੋਏ ਨੇ। ਇਸ ਤੋਂ ਬਾਅਦ ਇਹ ਸਾਰੇ ਡਰੋਨ ਨੇ ਜਿਹੜੇ ਹਵਾ ਦੇ ਵਿੱਚ ਦਿਖਾਈ ਦੇ ਰਹੇ ਨੇ, ਪਰ ਇਹਨਾਂ ਦੇ ਵਿੱਚ ਫਰਕ ਹੈ ਕਿ ਜਿਹੜੇ ਹਮਲਾ ਕਰਨ ਵਾਲੇ ਡਰੋਨ ਨੇ ਉਹ ਹੋਰ ਤਰੀਕੇ ਦੇ ਨੇ ਅਤੇ ਉਹਨਾਂ ਨੂੰ ਜਿਹੜੇ ਆਰਮੀ ਦੇ ਜਵਾਨ ਨੇ ਉਹ ਨਿਸ਼ਾਨਾ ਬਣਾ ਕੇ ਲਗਾਤਾਰ ਕਹਿ ਸਕਦੇ ਉਹਨਾਂ ਦੇ ਉੱਪਰ ਹਮਲਾ ਕਰ ਰਹੇ ਨੇ ਤਾਂ ਕਿ ਜਿਸ ਤਰੀਕੇ ਕਹਿ ਸਕਦੇ ਕੋਈ ਦੁਸ਼ਮਣ ਦੇਸ਼ ਤੁਹਾਡੇ ਤੇ ਹਮਲਾ ਕਰਦਾ ਤਾਂ ਜਦੋਂ ਹੀ ਉਹ ਡਰੋਨ ਉਡਾਉਂਦਾ ਡਰੋਨ ਉਡਾ ਕੇ ਤੁਹਾਡੇ ਇਹ ਦੇਸ਼ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਕਿਸ ਤਰੀਕੇ ਦੇ ਜ਼ਰੀਏ ਰੋਕਣਾ, ਕਿਉਂਕਿ ਦੇਖੋ 1965 ਦੀ ਲੜਾਈ ਹੋਈ ਜਾਂ ਕਹਿ ਸਕਦੇ ਉਸ ਤੋਂ ਬਾਅਦ ਜਿਸ ਤਰੀਕੇ ਦੀ ਕਾਰਗਿਲ ਦੀ ਲੜਾਈ ਹੋਈ ਜਾਂ ਕਹਿ ਸਕਦੇ ਆ ਮੌਜੂਦਾ ਸਮੇਂ ਦੇ ਵਿੱਚ 2025 ਦੇ ਵਿੱਚ ਜਿਹੜੀ ਕਹਿ ਸਕਦੇ ਆਪਰੇਸ਼ਨ ਸੰਧੂਰ ਦੇ ਤਹਿਤ ਜਿਹੜੀ ਲੜਾਈ ਹੋਈ ਤਾਂ ਇਹਨਾਂ ਸਮਿਆਂ ਦੇ ਦੌਰਾਨ ਜੋ ਚੀਜ਼ਾਂ ਕਹਿ ਸਕਦੇ ਆ ਦੇਖਣ ਨੂੰ ਮਿਲੀਆਂ, ਕਿਉਂਕਿ ਦੇਖੋ ਉਹ ਇਸ ਤੋਂ ਪਹਿਲਾਂ ਦੀਆਂ ਲੜਾਈਆਂ ਕਦੇ ਕਹਿ ਸਕਦੇ ਆ ਜੋ ਜਹਾਜ਼ ਦੇ ਜ਼ਰੀਏ ਲੜਾਕੂ ਜਹਾਜ਼ਾਂ ਦੇ ਜ਼ਰੀਏ ਲੜੀਆਂ ਗਈਆਂ, ਟੈਂਕਾਂ ਦੇ ਜ਼ਰੀਏ ਲੜੀਆਂ ਗਈਆਂ, ਰਾਈਫਲਾਂ ਦੇ ਜ਼ਰੀਏ ਲੜੀਆਂ ਗਈਆਂ, ਪਰ ਇਸ ਵਾਰ ਦੀ ਜਿਹੜੀ ਲੜਾਈ ਸੀਗੀ ਆਪਰੇਸ਼ਨ ਸੰਧੂਰ ਦੇ ਦੌਰਾਨ ਉਸ ਲੜਾਈ ਦੇ ਵਿੱਚ ਫਰਕ ਸੀਗਾ ਕਿ ਇਸ ਵਾਰ ਦੀ ਲੜਾਈ ਨੂੰ ਕਿਤੇ ਨਾ ਕਿਤੇ ਡਰੋਨ ਦੇ ਜ਼ਰੀਏ ਲੜਿਆ ਗਿਆ, ਕਿਉਂਕਿ ਪਾਕਿਸਤਾਨ ਦੇ ਜਿਹੜੇ ਕਹਿ ਸਕਦੇ ਆ ਨਾਪਾਕ ਇਰਾਦੇ ਸਨ ਉਹਨਾਂ ਨਾਪਾਕ ਇਰਾਦਿਆਂ ਦੇ ਵਿੱਚ ਪਾਕਿਸਤਾਨ ਦੀ ਕੁਝ ਜਿਹੜੇ ਕਹਿ ਸਕਦੇ ਆ ਅਜਿਹੇ ਦੇਸ਼ ਸਨ ਜਿਨ੍ਹਾਂ ਨੇ ਮਦਦ ਕੀਤੀ। ਉਹਨਾਂ ਦੇਸ਼ਾਂ ਨੇ ਮਦਦ ਅਜਿਹੇ ਤਰੀਕੇ ਨਾਲ ਕੀਤੀ ਕਿ ਡਰੋਨ ਪ੍ਰੋਵਾਈਡ ਕਰਾਏ ਅਤੇ ਉਹ ਡਰੋਨ ਦਾ ਕਿਤੇ ਨਾ ਕਿਤੇ ਗਲਤ ਫਾਇਦਾ ਪਾਕਿਸਤਾਨ ਚੱਕਦਾ ਹੋਇਆ ਨਜ਼ਰ ਆਇਆ ਤੇ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਦੇ ਜ਼ਰੀਏ ਜਿਹੜੇ ਕੀ ਕਹਿ ਸਕਦੇ ਹਮਲੇ ਕਰਨ ਦੀ ਕੋਸ਼ਿਸ਼ ਹੈ ਜਿਹੜੀ ਭਾਰਤ ਦੇ ਉੱਪਰ ਕੀਤੀ ਗਈ, ਪਰ ਭਾਰਤੀ ਸੈਨਾ ਵੀ ਕਹਿ ਸਕਦੇ ਟੈਕਨੋਲੋਜੀ ਪੱਖੋਂ ਪੂਰੀ ਜਿਹੜੀ ਕਿ ਅੱਗੇ ਸੀਗੀ। ਜਿਸ ਤਰੀਕੇ ਪਾਕਿਸਤਾਨ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਸੇ ਤਰੀਕੇ ਹੀ ਪਾਕਿਸਤਾਨ ਦੇ ਜਿਹੜੇ ਡਰੋਨ ਸੀਗੇ ਉਹ ਸਿੱਟ ਦਿੱਤੇ ਜਾਂਦੇ ਸਨ ਤਾਂ ਉਸ ਤਰੀਕੇ ਦੀ ਇੱਕ ਤੌਰ ਤੇ ਜਿਹੜੀ ਕਿ ਫੌਜੀ ਜਵਾਨਾਂ ਵੱਲੋਂ ਆਰਮੀ ਦੇ ਜਿਹੜੇ ਜਵਾਨ ਨੇ ਇਹਨਾਂ ਵੱਲੋਂ ਇੱਥੇ ਰਿਹਰਸਲ ਕੀਤੀ ਜਾ ਰਹੀ ਹੈ। ਆਪਰੇਸ਼ਨ ਸੰਧੂਰ ਦੇ ਦੌਰਾਨ ਖਾਸ ਤੌਰ ਤੇ ਜਿਸ ਤਰੀਕੇ ਡਰੋਨ ਦੇ ਹਮਲੇ ਹੋਏ ਉਹਨਾਂ ਡਰੋਨ ਦੇ ਹਮਲਿਆਂ ਨੂੰ ਰੋਕਣ ਦੇ ਲਈ ਲਗਾਤਾਰ ਕਿਸੇ ਦੇ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਨੂੰ ਜਵਾਬ ਦਿੱਤੇ ਗਏ ਅਤੇ ਉਸ ਦੇ ਵਿੱਚ ਸਭ ਤੋਂ ਵੱਡੀ ਇਸ ਵਾਰ ਜਿਹੜੀ ਸ਼ਮੂਲੀਅਤ ਦਿਖਾਈ ਦਿੱਤੀ ਸੀਗੀ ਉਹ ਚਾਹੇ ਕਹਿ ਸਕਦੇ ਆ ਐਂਟੀ ਡਰੋਨ ਸਿਸਟਮ ਹੋਵੇ, ਚਾਹੇ ਕਹਿ ਸਕਦੇ ਜਿਹੜੇ ਡਰੋਨ ਉੱਧਰੋਂ ਆ ਰਹੇ ਸਨ ਉਹਨਾਂ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਹੋਣ ਤਾਂ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਕਿ ਇਸ ਵਾਰ ਕਹਿ ਸਕਦੇ ਆਪਰੇਸ਼ਨ ਸੰਧੂਰ ਦੇ ਦੌਰਾਨ ਜਾਂ ਕਹਿ ਸਕਦੇ ਇਸ ਲੜਾਈ ਦੇ ਵਿੱਚ ਜਿਹੜੀਆਂ ਡਰੋਨ ਅਤੇ ਜਿਹੜੇ ਕਹਿ ਸਕਦੇ ਹਵਾ ਦੇ ਵਿੱਚ ਚੀਜ਼ਾਂ ਜਿਹੜੀਆਂ ਦੇਖਣ ਵਾਲੇ ਜਿਹੜੇ ਰਡਾਰ ਨੇ ਜਾਂ ਕਹਿ ਸਕਦੇ ਇਹਨਾਂ ਡਰੋਨਾਂ ਨੂੰ ਉਹ ਜਿਹੜਾ ਜਲਦੀ ਤੋਂ ਜਲਦੀ ਫੜਨ ਵਾਲੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਤਰੀਕੇ ਦੇ ਰਡਾਰ ਕਹਿ ਸਕਦੇ
ਸਕਦੇ ਆ ਵਰਤੇ ਗਏ ਸੀਗੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਲੜਾਈਆਂ ਹੋਈਆਂ ਉਹਨਾਂ ਲੜਾਈਆਂ ਦੇ ਵਿੱਚ ਕਦੇ ਟੈਂਕ ਵਰਤੇ ਗਏ, ਕਦੇ ਲੜਾਕੂ ਜਹਾਜ਼ ਵਰਤੇ ਗਏ, ਤਾਂ ਹਰੇਕ ਲੜਾਈ ਦੇ ਵਿੱਚ ਵੱਖੋ ਵੱਖਰੇ ਤਰੀਕੇ ਵਰਤੇ ਗਏ ਸੀਗੇ। ਪਰ ਇਸ ਲੜਾਈ ਦੇ ਵਿੱਚ ਇੱਕ ਵੱਖਰਾ ਤਰੀਕਾ ਦਿਖਾਈ ਦਿੱਤਾ ਕਿ ਕੋਈ ਵੀ ਜਿਹੜਾ ਜਵਾਨ ਆ ਉਹ ਅੱਗੇ ਨਹੀਂ ਵਧਿਆ, ਪਰ ਜਿਹੜੇ ਡਰੋਨ ਸੀਗੇ, ਡਰੋਨ ਦੇ ਜ਼ਰੀਏ ਜਿਹੜੇ ਕਿ ਲਗਾਤਾਰ ਹਮਲੇ ਹੋਏ। ਪਰ ਇਸ ਵਾਰ ਜਿਹੜਾ ਤੁਸੀਂ ਇੱਥੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਅਸੀਂ ਅੰਬਾਲਾ ਦੇ ਵਿੱਚ ਅੱਜ ਜਿਸ ਤਰੀਕੇ ਆਰਮੀ ਵੱਲੋਂ ਉਹ ਇੱਕ ਰੈਸਲ ਕੀਤੀ ਗਈ ਕਿ ਕਿਸ ਤਰੀਕੇ ਡਰੋਨ ਆਉਂਦੇ ਨੇ ਅਤੇ ਕਿਸ ਤਰੀਕੇ ਉਹਨਾਂ ਡਰੋਨ ਨੂੰ ਡੇਗਿਆ ਜਾਂਦਾ, ਤਾਂ ਉਸ ਨੂੰ ਲੈ ਕੇ ਸਾਰੇ ਡਰੋਨ ਨੇ ਜਾਂ ਰਡਾਰ ਨੇ ਉਹਨਾਂ ਦੀ ਇੱਥੇ ਪ੍ਰਦਰਸ਼ਨੀ ਲਗਾਈ गई है। साढ़े नाल सर भी मौजूद ने, गलबात करेंगे। सर अगर इस चीज़ के बारे में बात करें, ये क्या चीज़ है इस समय? ये एक एंटी ड्रोन सिस्टम है जिसको हम पैसिव एंटी ड्रोन सिस्टम बताते हैं। ये अपनी लोकेशन नहीं दिखाता, ये दुश्मन के ड्रोन की लोकेशन और उसकी पोजीशन को भांप के आपको दिखाता है और आपको ये ऑप्शन देता है कि आप उसको टेक ओवर कीजिए। आप टेक ओवर करके उसको एक प्री डेजिग्नेटेड या पहले से डिसाइडेड लोकेशन पे लैंड करवा सकते हैं। तो आपका अपना लोकेशन सेफ रहता है, कोई लॉटरिंग अम्युनिशन या कोई दुश्मन का रेडार आपकी लोकेशन नहीं जान पाता, जबकि आप दुश्मन के ड्रोन को टेक ओवर करके लैंड करवा पाते हैं। डायमीटर कितना रहता है कि जाने कि कितने डायमीटर किलोमीटर की रेंज तक, जैसे हम ये देख रहे हैं कि ये कितने रेंज तक कवर अप करता है? ये देख रहे हैं, ये हमारा एरिया है जो डिटेक्शन कवर्ड है। सो डिटेक्शन 5 किलोमीटर प्लस हमारा प्लानिंग फिगर है और 3 किलोमीटर में ये टेक ओवर करके लैंड कराता है। हाउएवर हमने ग्राउंड पे इसको 8+ किलोमीटर तक ऑपरेशनल होते देखा है। तो ऑपरेशन सिंदूर में इसको यूज़ किया गया था जहाँ इससे पहले कभी यूज़ किया गया हो? हमने इसको अलग अलग कमांड्स में डिमॉन्स्ट्रेट किया है। ये नई टेक्नोलॉजी है, ये आर्मी द्वारा अभी एनालाइज की जा रही है और इसकी प्रोक्योरमेंट अभी अलग अलग फेज में है। जैसे कह सकते हैं कि सामने से दुश्मन का ड्रोन आ रहा है, वो इसे देख सकता है या पता लगा सकता है कि ये कहाँ पर होगा? दुश्मन के ड्रोन को इसकी लोकेशन नहीं पता चलेगी क्योंकि ये पैसिव सिस्टम है, लेकिन इसको दुश्मन के ड्रोन की लोकेशन और उसकी पोजीशन पता चलेगी और ये उसको टेक ओवर करके एक प्री डेजिग्नेटेड लोकेशन पे लैंड करवा सकता है। तो देखो ये खास तौर पे एक रडार है, ਜਿਹੜਾ ਰਡਾਰ ਖਾਸ ਤੌਰ ਤੇ ਕਹਿ ਸਕਦੇ ਆ ਦੁਸ਼ਮਣ ਦਾ ਜੋ ਡਰੋਨ ਆਉਂਦਾ ਉਸ ਡਰੋਨ ਦੀ ਜਿਹੜੀ ਲੋਕੇਸ਼ਨ ਆ ਉਸ ਨੂੰ ਮਾਪ ਲੈਂਦਾ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾਂਦੀ ਆ। ਅੱਗੇ ਵੀ ਕੁਝ ਤਰੀਕੇ ਦੇ ਜਿਹੜੇ ਡਰੋਨ ਨੇ ਜਾਂ ਕਿਸੇ ਦੇ ਮਸ਼ੀਨਾਂ ਨੇ ਉਹ ਇੱਥੇ ਲਗਾਈਆਂ ਗਈਆਂ ਨੇ। ਇਸ ਪਾਸੇ ਤੁਸੀਂ ਦੇਖ ਸਕਦੇ ਹੋ, ਇਸ ਪਾਸੇ ਇੱਕ ਡਰੋਨ ਹੈ ਜਿਹੜਾ ਇਹ ਲਗਾਇਆ ਗਿਆ। ਕੁਝ ਡਰੋਨ ਜਿਹੜੇ ਕਹਿ ਸਕਦੇ ਟੈਕਨੋਲੋਜੀ ਜਿਹੜੀ ਕਹਿ ਸਕਦੇ ਆ ਇਸ ਪਾਸੇ ਲਗਾਈ ਗਈ ਆ। ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਸਿਸਟਮ ਦੇਖੋ ਕਿ ਇਹ ਇੱਕ ਡਰੋਨ ਹੈ ਅਤੇ ਕਿਸ ਤਰੀਕੇ ਡਰੋਨ ਕੰਮ ਕਰਦਾ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ। ਇਹ ਡਰੋਨ ਲਗਾਤਾਰ ਉੱਡ ਰਿਹਾ ਅਤੇ ਇਹ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਇਹ ਅਟੈਕ ਕਰਨ ਵਾਲਾ ਡਰੋਨ ਹੈ ਇੱਕ ਤਰੀਕੇ ਦੇ ਜ਼ਰੀਏ, ਜਿਹੜੇ ਇਹਦੇ ਥੱਲੇ ਜਿਹੜੇ कि ग्रेनेड के तौर पर एक कैप भी लगा हुआ है। सर अगर इसके ड्रोन के बारे में बात की जाए, क्या नाम है और इसका क्या काम होता है? ड्रोन के नाम से है, 5 किलोमीटर इसकी रेंज होती है, 3000 AMSL एवरेज मीन सी लेवल से ऊपर उड़ सकता है। मतलब श्रीनगर की ज़्यादा हाइट पे भी आप उड़ा सकते हो क्योंकि ड्रोन के लिए एल्टीट्यूड बहुत इंपॉर्टेंट होता है। और ग्राउंड लेवल से 300 मीटर ऊपर उड़ता है। 300 मीटर मतलब 1500 फीट के करीब, 15 मंजिल। तो इस ड्रोन की मदद से अटैक किया जा सकता है? ड्रोन की मदद से आप हैंड ग्रेनेड जहाँ आपका टारगेट है उसके ऊपर आप इसको ड्रॉप कर सकते हो 80-90 मीटर की हाइट से। 80-90 मीटर की हाइट से आप अटैक कर सकते हैं ड्रोन को। और उसमें क्या होता है, जो ग्रेनेड होता है उसमें एक पिन होती है, उसमें एक सर्वो मोटर होती है जिससे वो पिन निकल जाती है और लैच खुल जाता है एक साथ ही। क्योंकि ग्रेनेड, हैंड ग्रेनेड को फटने के लिए 4.5-5 सेकंड मिलते हैं सिर्फ पिन निकलने के बाद में। तो वो साइड से वो पिन और लैच एक साथ खुल करके ग्रेनेड नीचे आ जाता है। डे नाइट और थर्मल कैमरा है इसमें। इस पासे तुसी ड्रोन देख सकते हो, ये 2 ड्रोन ने। गलबात करांगे, सर भी साडे नाल मौजूद ने। सर अगर इस ड्रोन के बारे में बात की जाए, इस ड्रोन में क्या खासियत है? सर ये सर्वेलेंस का ड्रोन है, राइट। इसके अंदर कैमराज आप लगा सकते हैं, डे एंड नाइट थर्मल कैमरा यूज हो सकता है। एंड इसकी एंड्योरेंस है 45 मिनट की। ठीक है, तो जी 45 मिनट तक रहेगा ये उड़ेगा। ठीक है जी, 5 किलोमीटर LOS है। तो इससे भी ज़्यादा रेंज का इस कैटेगरी में ड्रोन आते हैं या 5 किलोमीटर रहता है? सब मोस्टली 5 किलोमीटर। हमने इसको ज़्यादा के लिए भी किया हुआ है, बट हम 5 किलोमीटर ही है। तो मोस्टली ये सर्विलेंस रखेगा जहाँ पर इस पर कैमरा लगेगा। अभी कैमरा हमने नहीं लगाया हुआ, यहाँ पे कैमरा लगेगा। तो ये दोनों ड्रोन का ਜਿਹੜੇ ਇਹ ਕਹਿ ਸਕਦੇ ਦੋਨੇ ਡਰੋਨ ਨੇ ਇਹ ਕੈਮਰੇ ਲਈ ਨੇ, ਜਿਹੜਾ ਸਰਵੇਲੈਂਸ ਰੱਖਦੇ ਨੇ। ਇਹ ਅੱਗੇ ਡਰੋਨ ਆ ਗਿਆ, ਇਹ ਜਿਹੜਾ ਡਰੋਨ है इस बारे भी गलबात करेंगे। सर अगर इस ड्रोन के बारे में बात की जाए, इस ड्रोन का मुख्य काम क्या है? सर ये मतलब बेसिकली पिलोट के हिसाब से कैरी करता है सर। जितना इसका मतलब काम होगा, जैसे मतलब कहीं हम फंसे हैं, फ्लड वगैरह जैसे पंजाब में फ्लड आए हैं, तो उसमें सर
उसको कुछ भी मतलब हम खाना कारगो वाना के लिए कह सकते हैं कि मतलब खाना वाना उसको मतलब कैरी करने के लिए उसको मतलब दूसरी जगह पे जहाँ पे हमने कितने केजी ले जा सकता है सामान? सर ये कम से कम 10 kg तक पेलोड वेट कैरी कर सकता है और मतलब इसकी कोई मतलब ये 5 किलोमीटर तक मतलब सर जा सकता है 10 केजी लेकर कोई दिक्कत तो नहीं आती होगी इसको उड़ने में? बिल्कुल कोई दिक्कत नहीं नहीं सर। है। सर इस ड्रोन के बारे में अगर बातचीत की जाए, क्या खासियत है इस ड्रोन में? सर जी ये ISR ड्रोन है एंड ये आपका 5 किलोमीटर तक आराम से जाता है। 30 मिनट तक एंड्योरेंस इसका रहता है। सर्विलेंस की जाती है? सर्विलेंस की जाती है इसके अंदर और ये जैम नहीं होता है। दुश्मन जैम करना चाहे तो ये जैम नहीं होता, ये इसकी खासियत है। ओके, हाँ जी, तो किसी के रडार में रडार में भी नहीं आता किसी नहीं का। आएगा? नहीं। और इसकी स्पीड क्या, स्पीड वगैरह क्या रहती है? स्पीड इसकी 90 किलोमीटर पर आवर के हिसाब से रहता है। ओके, हाँ तो जी। एक बड़ी तेज स्पीड से दौड़ता है। बिल्कुल सर। तो इससे भी ज़्यादा किलोमीटर क्या आ रहा है ड्रोन बन रहे हैं, वो भी बन रहे हैं। बन रहे हैं? हाँ जी, और मेड इन इंडिया जी? मेड इन इंडिया जी। सर इस ड्रोन में क्या खासियत है और कब इसका इस्तेमाल किया जाता है? सर इसका काम सर्विलेंस के लिए किया जाता है। इसकी जो रेंज है वो 20 किलोमीटर है। ओके। ये हवा में 130 मिनट तक के रह सकता है। ये भारत के जो हाई एल्टीट्यूड पे बॉर्डर एरियाज़ है वहाँ पे इसको टेस्ट किया गया है, तो ये वहाँ पर भी काम करता है। ये माइनस टेम्परेचर्स में भी वर्क करता है। इसकी जो खासियत है, इसका कैमरा है जो कि ह्यूमन डिटेक्शन देता है फ्रॉम द डिस्टेंस ऑफ 4 किलोमीटर। ਯਾਨੀ ਇੱਥੋਂ ਤੱਕ ਜਿਹੜੇ ਡਰੋਨ ਸੀਗੇ ਇਹ ਸਾਰੇ ਡਰੋਨ ਜ਼ਿਆਦਾਤਰ ਕੋਈ ਸਰਵੇਲੈਂਸ ਵਾਲਾ ਸੀਗਾ ਜਾਂ ਕਿਸੇ ਦੇ ਕੋਈ ਟ੍ਰੇਨਿੰਗ ਵਾਲਾ ਸੀਗਾ, ਕੋਈ ਰਡਾਰ ਸਿਸਟਮ ਸੀਗਾ। ਅੱਗੇ ਜਿਹੜੇ ਆਰਮੀ ਵੱਲੋਂ ਕਹਿ ਸਕਦੇ ਆ ਡਰੋਨ ਬਣਾਏ ਜਾਂਦੇ ਨੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਕਿਸ ਤਰੀਕੇ ਦੇ ਜਿਹੜੇ ਡਰੋਨ ਨੇ ਉਹ ਆਰਮੀ ਵੱਲੋਂ ਆਪ ਬਣਾਏ ਜਾ ਰਹੇ ਨੇ। ਆਪਰੇਸ਼ਨ ਸੰਧੂਰ ਦੇ ਦੌਰਾਨ ਜਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਉਹ ਚੀਜ਼ਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਡਰੋਨ ਤੋਂ ਜਦੋਂ ਕਹਿ ਸਕਦੇ ਅਟੈਕ ਕੀਤਾ ਜਾਂਦਾ, ਕਿਸ ਤਰੀਕੇ ਦੇ ਜਰੀਏ ਅਟੈਕ ਕੀਤਾ ਜਾਂਦਾ। ਇਹ ਚੀਜ਼ਾਂ ਨੇ ਜਿਹੜੀਆਂ ਕਹਿ ਸਕਦੇ ਆ ਇਹ ਖਾਸ ਤੌਰ ਤੇ ਕਹਿ ਸਕਦੇ ਦੁਸ਼ਮਣ ਦਾ ਜਿਹੜਾ ਨੁਕਸਾਨ ਪਹੁੰਚਾਉਣ ਵਾਸਤੇ ਇਸ ਤਰੀਕੇ ਦੇ ਜਿਹੜੇ ਹਥਿਆਰ ਨੇ ਉਹ ਵਰਤੇ ਜਾਂਦੇ ਨੇ। ਅੱਗੇ ਕੁਝ ਡਰੋਨ ਆ ਜਾਂਦੇ ਨੇ, ਇਹਨਾਂ ਡਰੋਨ ਦੇ ਮਦਦ ਦੇ ਜਰੀਏ ਖਾਸ ਤੌਰ ਤੇ ਕਹਿ ਸਕਦੇ ਆ ਸਰਵੇਲੈਂਸ ਹੁੰਦੀ ਆ ਜਾਂ ਅਟੈਕ ਹੁੰਦਾ ਤਾਂ ਵੱਖੋ ਵੱਖਰੇ ਤਰੀਕੇ ਦੇ ਜਿਹੜੇ ਕਹਿ ਸਕਦੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਨੂੰ ਸਰਵੇਲੈਂਸ ਦੇ ਤੌਰ ਤੇ ਵਰਤਿਆ ਜਾਂਦਾ, ਕਿਸੇ ਨੂੰ ਇੱਕ ਅਟੈਕ ਦੇ ਤੌਰ ਤੇ ਵਰਤਿਆ ਜਾਂਦਾ ਕਿ ਦੁਸ਼ਮਣ ਜਦੋਂ ਵੀ ਕਹਿ ਸਕਦੇ ਆ ਹਮਲਾ ਕਰੇ ਜਾਂ ਦੁਸ਼ਮਣ ਦੇ ਉੱਪਰ ਅਸੀਂ ਹਮਲਾ ਕਰਨਾ ਤਾਂ ਉਸ ਸਮੇਂ ਇਹਨਾਂ ਡਰੋਨ ਦੀ ਜਿਹੜੀ ਮਦਦ ਆ ਉਹ ਲਈ ਜਾਂਦੀ ਹੁੰਦੀ ਹੈ। ਦੂਸਰਾ ਤੁਸੀਂ ਅੱਗੇ ਦੇਖ ਸਕਦੇ ਹੋ ਇਹ ਵੱਖ-ਵੱਖ ਤਰੀਕੇ ਦੇ ਜਿਹੜੇ ਕਹਿ ਸਕਦੇ ਆ ਮਸ਼ੀਨਰੀ ਹੈ ਕਹਿ ਸਕਦੇ ਜਾਂ ਇੱਕ ਦੁਸ਼ਮਣ ਦੇ ਉੱਪਰ ਹਮਲਾ ਕਰਨ ਵਾਸਤੇ ਜਿਹੜੇ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਸਕਦੇ ਬਲਾਸਟ ਦੇ ਤੌਰ ਤੇ ਵਰਤਿਆ ਜਾਂਦਾ। ਇਹ ਸਾਰੀਆਂ ਚੀਜ਼ਾਂ ਨੇ ਖਾਸ ਤੌਰ ਤੇ ਇਹ ਟੈਂਕ ਦੇ ਵਿੱਚ ਲੱਗਣ ਵਾਲੇ ਇੱਕ ਤਰੀਕੇ ਦੇ ਜਰੀਏ ਆਮ ਭਾਸ਼ਾ ਦੇ ਵਿੱਚ ਕਿਹਾ ਜਾਵੇ ਤਾਂ ਗੋਲੇ ਨੇ ਅਤੇ ਇਹਨਾਂ ਦਾ ਵੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਹੈ। ਦੂਸਰੇ ਪਾਸੇ ਇਹ ਡਰੋਨ ਨੇ ਜਿਹੜੇ ਸਰਵੇਲੈਂਸ ਦੇ ਤੌਰ ਤੇ ਕਹਿ ਸਕਦੇ ਆ ਯੂਜ਼ ਹੋ ਰਹੇ ਨੇ ਅਤੇ ਇਹ ਰਡਾਰ ਸਿਸਟਮ ਹੈ ਜਿਹੜਾ ਖਾਸ ਤੌਰ ਤੇ ਕਹਿ ਸਕਦੇ ਇੱਕ ਤਰੀਕੇ ਦੇ ਜਰੀਏ ਪੂਰਾ ਇਸ ਨੂੰ ਰਡਾਰ ਦੇ ਤੌਰ ਤੇ ਇਹ ਫਿਕਸ ਕਰਦਾ। ਗੱਲ ਵੀ ਕਰਾਂਗੇ, ਸਾਡੇ ਨਾਲ ਸਰ मौजूद ने। सर अगर बात की जाए इन ड्रोन के क्या इस्तेमाल किया जाता है सर्वेलेंस के तौर पर, अटैक के तौर पर, और ये कैसी है? तो ये एक सर्वेलेंस कम पेलोड डिलीवरी। पेलोड जब हम बोलते हैं इसके अंदर आप कुछ असला इसके नीचे लटका के लेके जा सकते हैं। ठीक है। ये 10 किलोमीटर तक या तो आप सर्वेलेंस के लिए लेके जा सकते हैं या आपको कोई एमिनिशन जो आपने पहले देखे उनको ड्रॉप करने के लिए काम किया। इस ड्रोन की खासियत है ये किसी भी प्रकार के जैमर कोई भी सिस्टम लगा होगा उसको क्रॉस करके ये जा सकता है और इसको हमने यहाँ पे टेस्ट किया है। ये फुल्ली जितने भी हमने जैमिंग सिस्टम ऑन किए उसमें सक्सेसफुल पाया गया है। ये क्या सिस्टम है सर? ये जितने भी ड्रोन्स बना रहे हैं उनको एनेमी के ड्रोन्स हैं उनको जाम करने के लिए सिस्टम बनाया गया है। कोई किसी भी प्रकार का कोई ड्रोन्स आता है एनेमी का तो हम उसको इजीली इसको जाम कर सकते हैं। ओके, तो वो ड्रोन आगे नहीं बढ़ पाएगा उसके बाद? ये 5 से 7 किलोमीटर के एरिया में कोई भी ड्रोन को आने नहीं देगा। जिस जगह हमने इसे लगा दिया है रेडियस में इसका 5 से 7 किलोमीटर की इसकी रेंज है तो कोई भी ड्रोन एनेमी का अंदर नहीं आ सकता। जहाँ पर एंटी ड्रोन गन माउंट सिस्टम है और ਜਿਹੜਾ ਹਾਰਡ ਕਿਲ ਇਸ ਦਾ ਇਸਤੇਮਾਲ ਹੈ ਜਿਹੜਾ ਕਿ ਖਾਸ ਤੌਰ ਤੇ ਕਹਿ ਸਕਦੇ ਆ ਜਦੋਂ ਵੀ ਕੋਈ ਡਰੋਨ ਆਉਂਦਾ ਉਸ ਨੂੰ ਕਿਸ ਤਰੀਕੇ ਦੇ ਜਰੀਏ ਇਹ ਡਿੱਗਣਾ ਉਸ ਦਾ ਤੌਰ ਤੇ ਇस्तेमाल ਕੀਤਾ ਜਾਂਦਾ। सर अगर बात की जाए इस एंटी ड्रोन गन माउंट सिस्टम की तो इसका ज़्यादातर इस्तेमाल कहाँ पर किया जाता है? ये जो सिस्टम है ये पूरा इंटीग्रेटेड सिस्टम है। ये सिर्फ ये सिस्टम नहीं है, इसके साथ आपका डिटेक्शन भी होगा, इसके साथ आपका जैमर भी एक्टिवेट होगा और ये आखिरी में अगर ड्रोन बच जाता है तो उसको ये ट्रैक करेगा, साथ में उसके कैमरा लगा हुआ है उसके साथ घूमेगा, ड्रोन जहाँ भी दिखेगा उसको वो शूट डाउन कर देगा ये इनके वेपन की रेंज के ऊपर। ओके, तो ये सभी वेपन ऑटोमेटिकली चलेंगे या मैनुअली चलाने अंदर ट्रिगर ऑपरेशन जो होगा वो ऑपरेटर पीछे बैठा है वो ऑपरेट कर सकता है। ये सब आपका मतलब दूर बैठ के भी काम हो सकता है इसका। ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕੁਝ ਡਰੋਨ ਨੇ ਜਿਹੜੇ ਕਹਿ ਸਕਦੇ
ਇੱਥੇ ਵੀ ਰੱਖੇ ਗਏ ਨੇ ਕਿਉਂਕਿ ਇਹ ਆਉਣ ਵਾਲਾ ਸਿਸਟਮ ਜਿਸ ਤਰੀਕੇ ਦੇਖਿਆ ਜਾਵੇ ਕਿਉਂਕਿ ਲੜਾਈਆਂ ਹੋਈਆਂ ਕਦੇ ਟੈਂਕ ਦੇ ਜ਼ਰੀਏ ਜਹਾਜ਼ਾਂ ਦੇ ਜ਼ਰੀਏ ਹੋਈਆਂ ਪਰ ਇਸ ਵਾਰ ਦੀ ਲੜਾਈ ਦੇ ਵਿੱਚ ਇੱਕ ਵੱਖਰੀ ਚੀਜ਼ ਦਿਖਾਈ ਦਿੱਤੀ ਸੀਗੀ ਉਹ ਸੀਗਾ ਡਰੋਨ ਸਿਸਟਮ ਅਤੇ ਡਰੋਨ ਸਿਸਟਮ ਦੇ ਜ਼ਰੀਏ ਕਹਿ ਸਕਦੇ ਆਉਣ ਵਾਲਾ ਸਮਾਂ ਹੋਏਗਾ ਜਦੋਂ ਕਹਿ ਸਕਦੇ ਇਹ ਲੜਾਈਆਂ होंगी। इस ड्रोन के बारे में जानकारी लेने की कोशिश करते हैं। सर अगर इस ड्रोन के बारे में पता लगाया जाए सर्विलेंस के लिए या अटैक के लिए इसको? अटैक एफपीवी फर्स्ट पर्सन व्यू ड्रोन है। ये 8 इंच बनाया हुआ हमारा एफपीवी ड्रोन है जो टारगेट पे जाके स्ट्राइक करता है। इसके बहुत सारे वेरिएंट्स हैं। सामने आप जो वीडियो फीड देख रहे हैं उस पर एक इसका TI मॉडल चल रहा है जो थर्मल डिटेक्शन पे चलता है। तो अगर अंधेरे में कोई रात के टाइम पे हमें अगर कोई ऑपरेशन करना है और दुश्मन की टैंक जैसे ये मूव कर रही है तो उसके हीट सिग्नेचर से हम उसको कैप्चर करके उस पर डायरेक्टली हिट कर सकते हैं। ओके, तो टैंक वगैरह पर इसका अटैक हो जाता सीधे? टैंक पे एंटी पर्सनल पे इसमें अलग अलग टाइप के पेलोड्स हैं वो टारगेट के अकॉर्डिंग यूज़ किया जाता है। तो इसका कितना रेंज रहता है, कितने किलोमीटर तक का रेंज रहता है इसका? रेंज इसका 5 से 10 किलोमीटर के आसपास। 5 से 10 किलोमीटर तक आप अटैक कर सकते हैं जी। सर अगर इस ड्रोन के बारे में बात की जाए इसमें क्या सर्विलेंस के तौर पर है, क्या अटैक के तौर पर है? अटैक के तौर पे। तो कितना रेंज वगैरह इसका रहता है? 10 किलोमीटर तक। 10 किलोमीटर तक। और कौन सा अटैक है जैसे कि हमने वहाँ पर देखा कि टैंक वगैरह को टारगेट करना हो, लोकेशन को टारगेट दिन रात में टारगेट करना हो तो इसका क्या रहता है वो? ये कहीं पे भी आप टारगेट कर सकते हैं। एक्स के अंदर 10 kg तक का एक्सप्लोजिव आप लेके जा सकते हो। कुछ भी चीज़ जो भी मतलब जिस चीज़ को भी ब्लास्ट करना है आप कर सकते हो इसे। 10 किलोमीटर तक इसका रेंज है। 10 किलोमीटर तक। और जैसे रडार वगैरह होते हैं वो इस पर काम करते हैं या उससे निकल जाता है? निकल जाता है उससे। ठीक है। तो ਇਹ ਡਰੋਨ ਸਿਸਟਮ ਨੇ ਜਿਹੜੇ ਖਾਸ ਤੌਰ ਤੇ ਕਹਿ ਸਕਦੇ ਆ ਕਈ ਡਰੋਨ ਸਿਸਟਮ ਨੇ ਜਿਹੜੇ ਵੱਖੋ ਵੱਖਰੇ ਤਰੀਕੇ ਦੇ ਟੈਕਨੋਲੋਜੀ ਦੇ ਨਾਲ ਬਣਾਏ ਗਏ ਨੇ ਅਤੇ ਇਸ ਪਾਸੇ ਤੁਸੀਂ ਦੇਖੋ ਇਹ ਜਿਹੜਾ ਡਰੋਨ ਹੈ ਇਹ ਜਿੱਥੋਂ ਤੱਕ ਅਸੀਂ ਐਸਟੀਮੇਟ ਲਗਾ ਰਹੇ ਆ ਜਿਹੜਾ ਗ੍ਰੇਨੇਡ ਹੁੰਦਾ ਹੈਂਡ ਗ੍ਰੇਨੇਡ ਹੁੰਦਾ ਉਸ ਤਰੀਕੇ ਦੇ ਇਹ 3 ਜਿਹੜੇ ਹੈਂਡ ਗ੍ਰੇਨੇਡ ਆ ਉਹ ਆਪਣੇ ਨਾਲ ਕੈਰੀ ਕਰ ਸਕਦਾ ਅਤੇ ਇਹਨਾਂ ਦੇ ਵਿੱਚ ਜਿਹੜੀ ਇਹ ਪਿਨ ਲੱਗੀ ਹੋਈ ਹੈ ਇਹ ਜਦੋਂ ਹੀ ਡਰੋਨ ਗ੍ਰੇਨੇਡ ਨੂੰ ਸਿੱਟੇਗਾ ਥੱਲੇ ਤਾਂ ਉਸ ਤਰੀਕੇ ਦੇ ਜਰੀਏ होएगा। सर अगर इसके बारे में बात की जाए ग्रेनेड अपने साथ कैरी करेगा जी ड्रोन? बिल्कुल कैरी करेगा, ग्रेनेड ड्रॉपिंग करेगा एंड डे एंड नाइट सर्विलेंस करेगा। डे नाइट दोनों। डे नाइट। और कितने जे ग्रेनेड कैरी कर सकता है? 6 ग्रेनेड। 6 ग्रेनेड। ओके, 3 आगे और 3 पीछे इसके तो 6 ग्रेनेड लेकर आगे बढ़ सकता है? बिल्कुल 6 ग्रेनेड लेके एंड आप जहाँ जहाँ पे लोकेशन देंगे उसको वहाँ पे ग्रेनेड ड्रॉप कर देगा। तो एक ग्रेनेड कितना नुकसान कर सकता है कि जहाँ पर हम अगर फेंके ग्रेनेड को कितना नुकसान वो कर सकता है? डिपेंड ऑन लोकेशन कौन सी है और अगर आपका एनिमी का एफओ डंप है तो उसमें काफ़ी ज़्यादा वो होगा उसके सिग्नल्स का कोई रडार वगैरह है तो वहाँ पे काफ़ी होगा एंड उसका ट्रूप्स है तो काफ़ी होगा। उसका टैंक है तो बिल्कुल ही ख़त्म हो जाएगा। हाँ 3 kg से तो 3 kg एक्सप्लोजिव है वो। ठीक है। आज यहाँ रेंज पर आकर के देखा कि किस तरीके से हम ड्रोन्स का इस्तेमाल कर रहे हैं अपने ऑपरेशंस में और ये आई थिंक इस बात को जाहिर करता है कि हमारा मीडिया नेशनल सिक्योरिटी के लिए कितना जागरूक है कि एक रेंज पर आकर के जो ड्रोन्स फायर कर रहे हैं उसको वो देख रहा है। बाकी ड्रोन्स की काबिलियत जो आपने देखी यहाँ पर ये जो हम ट्राई कर रहे हैं और हमारा जो यहाँ पर एक्सरसाइज चल रहा है वो टैक्टिकल ड्रोन्स के साथ है यानी कि जो बहुत तकरीबन 5 किलोमीटर 5 kg पेलोड और लो कॉस्ट ड्रोन्स हैं। इसके अलावा जो हमने एक्वायर किए हैं बहुत हाई एंड ड्रोन्स भी एक्वायर किए हैं इंडियन आर्मी ने और एक्स-ट्रेड हमने जो एक्वायर किए हैं। पर आज का जो एक्सरसाइज था वो प्राइमरली उन ड्रोन्स के साथ था जो हम खुद फैब्रिकेट कर रहे हैं या यहाँ का हमारा जो लोकल इंडस्ट्री है जो हमको सप्लाई कर रहा है या उनको फैब्रिकेट करने में मदद कर रहा है। यानी कि क्योंकि हमें जो नंबर्स का रिक्वायरमेंट है अगली लड़ाई में वो बहुत ज़्यादा होने वाला है, कई हज़ार ड्रोन्स हमको चाहिए होंगे। तो हमारा यही मकसद है कि हम लोकल इंडस्ट्री की मदद से अपने आप इन ड्रोन्स को फैब्रिकेट कर पाएँ और इनका जो एम्यूनिशन है जो आपने देखा वो भी हमने खुद ही जो एम्यूनिशन हमारे पास है हमने खुद ही उसको फैब्रिकेट किया है, TBRL की मदद लिया है ताकि ये हमारे आर्म ड्रोन्स लड़ाई में कामयाब हो। ਭਾਰਤੀ ਸੈਨਾ ਵੱਲੋਂ ਅੱਜ ਅੰਬਾਲਾ ਦੇ ਵਿੱਚ ਖਾਸ ਤੌਰ ਤੇ ਕਹਿ ਸਕਦੇ ਇੱਕ ਤਰੀਕੇ ਦੀ ਡਰਿਲ ਕੀਤੀ ਗਈ ਜਿਸ ਤਰੀਕੇ ਆਪਰੇਸ਼ਨ ਸੰਦੂਰ ਦੇ ਦੌਰਾਨ ਡਰੋਨ ਸਿਸਟਮ ਹੈ ਜਿਹੜਾ ਉਹ ਵਰਤਿਆ ਗਿਆ ਸੀਗਾ। ਜਿਸ ਤਰੀਕੇ ਕਹਿ ਸਕਦੇ ਪਾਕਿਸਤਾਨ ਵੱਲੋਂ ਡਰੋਨ ਦੇ ਜ਼ਰੀਏ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀਗੀ ਅਤੇ ਉਹਨਾਂ ਨੂੰ ਕਾਊਂਟਰ ਕੀਤਾ ਜਾਂਦਾ ਸੀਗਾ, ਦੂਸਰੇ ਡਰੋਨਾਂ ਦਾ ਖਾਤਮਾ ਕੀਤਾ ਜਾਂਦਾ ਸੀ। ਤਾਂ ਉਸ ਤਰੀਕੇ ਦੀ ਇੱਕ ਜਿਹੜੀ ਡਰਿਲ ਹੈ
ਜਾਂ ਕਹਿ ਸਕਦੇ ਟ੍ਰੇਨਿੰਗ ਰਿਹਰਸਲ ਆ ਉਹ ਆਰਮੀ ਦੇ ਜਿਹੜੇ ਜਵਾਨਾਂ ਵੱਲੋਂ ਅੱਜ ਕਹਿ ਸਕਦੇ ਅੰਬਾਲਾ ਦੇ ਇਸ ਇਲਾਕੇ ਦੇ ਵਿੱਚ ਕੀਤੀ ਗਈ ਹੈ। ਤੇ ਖਾਸ ਤੌਰ ਤੇ ਇਹ ਜਿਹੜੇ ਵੱਖੋ ਵੱਖਰੇ ਤਰੀਕੇ ਦੇ ਡਰੋਨ ਸਿਸਟਮ ਨੇ, ਵੱਖੋ ਵੱਖਰੇ ਤਰੀਕੇ ਦੇ ਰਡਾਰ ਸਿਸਟਮ ਨੇ, ਜਾਂ ਕਹਿ ਸਕਦੇ ਆ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਖਾਸ ਤੌਰ ਤੇ ਕਿਸੇ ਦੇ ਪ੍ਰਦਰਸ਼ਨੀ ਤੌਰ ਤੇ ਵੀ ਦਿਖਾਇਆ ਗਿਆ ਕਿ ਕਿੰਨੀ ਇੱਕ ਡਰੋਨ ਦੀ क्षमता ਹੋ ਸਕਦੀ ਆ। ਵੱਖੋ ਵੱਖਰੇ ਤਰੀਕੇ ਦੇ ਜਿਹੜੇ ਡਰੋਨ ਨੇ ਉਹ ਹਮੇਸ਼ਾ ਇਸਤੇਮਾਲ ਕੀਤੇ ਜਾਂਦੇ ਨੇ ਸਰਵੇਲੈਂਸ ਦੇ ਤੌਰ ਤੇ, ਕਾਰਗੋ ਦੇ ਤੌਰ ਤੇ, ਸਮਾਨ ਪਹੁੰਚਾਉਣ ਦੇ ਤੌਰ ਤੇ, ਹੁਣ ਚਾਹੇ ਕਹਿ ਸਕਦੇ ਆ ਕਿਸੇ ਚੀਜ਼ ਦੇ ਉੱਪਰ ਅਟੈਕ ਕਰਨ ਦੇ ਤੌਰ ਤੇ। ਹੁਣ ਤਾਂ ਅਜਿਹੇ ਵੱਖੋ ਵੱਖਰੇ ਜਿਹੜੇ ਡਰੋਨ ਨੇ ਉਹ ਇਸਤੇਮਾਲ ਕੀਤੇ ਜਾਂਦੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੜਾਈਆਂ ਹੋਣਗੀਆਂ ਅੱਗੇ ਭਵਿੱਖ ਦੇ ਵਿੱਚ, ਉਹਨਾਂ ਲੜਾਈਆਂ ਦੇ ਵਿੱਚ ਡਰੋਨ ਦਾ ਜਿਹੜਾ ਸ਼ਮੂਲੀਅਤ ਹੈ, ਡਰੋਨ ਦੀ ਸ਼ਮੂਲੀਅਤ ਆ ਉਹ ਹੋਰ ਕਾਫੀ ਵੱਧ ਸਕਦੀ ਹੈ। ਤਾਂ ਇਸ ਤੌਰ ਤੇ ਕਹਿ ਸਕਦੇ ਆ ਇਹ ਜੋ ਟ੍ਰੇਨਿੰਗ ਹੈ ਜਾਂ ਰਿਹਰਸਲ ਹੈ ਜੋ ਕਹਿ ਸਕਦੇ ਆਰਮੀ ਦੇ ਜਵਾਨਾਂ ਵੱਲੋਂ ਕੀਤੀ ਗਈ, ਤਾਂ ਸਿੱਧੇ ਤੌਰ ਤੇ ਜੋ ਆਰਮੀ ਦੇ ਇਹ ਕਹਿ ਸਕਦੇ ਆ ਉੱਚ ਅਧਿਕਾਰੀ ਸਨ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਡਰੋਨ ਦੇ ਜਿਹੜੇ ਕਹਿ ਸਕਦੇ ਆ ਮੌਜੂਦਗੀ ਦੇ ਵਿੱਚ ਜਾਂ ਕਹਿ ਸਕਦੇ ਆ ਡਰੋਨ ਸਿਸਟਮ ਦੀ ਜਿਹੜੀ ਟ੍ਰੇਨਿੰਗ ਆ ਅਸੀਂ ਹੋਰ ਵੀ ਜਿਹੜੀ ਵਧੀਆ ਤਰੀਕੇ ਦੇ ਨਾਲ ਲੈ ਰਹੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਜਵਾਬ ਇਸ ਵਾਰ ਦਿੱਤਾ ਗਿਆ ਇਸ ਜਵਾਬ ਤੋਂ ਵੀ ਵੱਡਾ ਜਵਾਬ ਆ ਜਿਹੜਾ ਉਹ ਵਿਰੋਧੀ ਦੇਸ਼ਾਂ ਨੂੰ ਦਿੱਤਾ ਜਾਵੇ ਜੋ ਕਹਿ ਸਕਦੇ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਕਹਿ ਸਕਦੇ ਆ ਅੱਤਵਾਦੀ ਗਤੀਵਿਧੀਆਂ ਨੂੰ ਕਹਿ ਸਕਦੇ ਨਾਲ ਉਹਨਾਂ ਦੇ ਰਹਿੰਦੇ ਨੇ ਜਾਂ ਕਹਿ ਸਕਦੇ ਉਹਨਾਂ ਨੂੰ ਸ਼ਮੂਲੀਅਤ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਸਿੱਧੇ ਤੌਰ ਤੇ, ਤਾਂ ਜਾਂ ਪੁਸ਼ਤਪਨਾਹੀ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਇੱਕ ਹੋਰ ਸਖਤ ਜਵਾਬ ਦਿੱਤਾ ਜਾਵੇ। ਇਸ ਤਰੀਕੇ ਦੇ ਜਿਹੜੇ ਕਹਿ ਸਕਦੇ ਡਰੋਨ ਨੇ ਉਹ ਮੇਡ ਇਨ ਇੰਡੀਆ ਬਣਾਏ ਜਾ ਰਹੇ ਨੇ, ਆਰਮੀ ਦੇ ਜਵਾਨ ਜਿਹੜੇ ਉਸ ਚੀਜ਼ ਦੀ ਟ੍ਰੇਨਿੰਗ ਲੈ ਰਹੇ ਨੇ ਅਤੇ ਇਹ ਉਸੇ ਤਰੀਕੇ ਦੇ ਜ਼ਰੀਏ ਕਹਿ ਸਕਦੇ ਆ ਅੱਜ ਦੀ ਇਸ ਰਿਹਰਸਲ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰੀਕੇ ਇੱਕ ਡਰੋਨ ਅਟੈਕ ਕਰਦਾ, ਦੂਸਰੇ ਪਾਸਿਓਂ ਆਰਮੀ ਦੇ ਜਿਹੜੇ ਡਰੋਨ ਨੇ ਜਿਹੜੇ ਕਾਊਂਟਰ ਡਰੋਨ ਹੁੰਦੇ ਨੇ ਉਹ ਉੜਦੇ ਨੇ ਅਤੇ ਉਹਨਾਂ ਡਰੋਨ ਨੂੰ ਦੂਸਰਿਆਂ ਨੂੰ ਤਬਾਹ ਕਰ ਦਿੰਦੇ ਨੇ। ਕੈਮਰਾ ਪਰਸਨ ਦੀਪਕ ਦੇ ਨਾਲ ਕਮਲਦੀਪ ਜੀ ਮੀਡੀਆ ਅੰਬਾਲਾ।